सत श्री अकाल जी। स्वागत है ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਸਾਡਾ ਨਵਾਂ ਇਨੀਸ਼ੀਏਟਿਵ ਆ ਮਾਸਟਰ ਕਲਾਸਿਸ ਟੀਚਿੰਗ ਕੋਰਸਿਸ, ਜਿਹਦੇ 'ਚ ਅਸੀਂ ਅੱਜ ਆਧੁਨਿਕ ਭਾਰਤ ਦਾ ਇਤਿਹਾਸ ਇਹਦੇ ਤੀਸਰੇ ਲੈਕਚਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿਨ੍ਹਾਂ ਨੇ ਪੁਰਾਣੇ ਲੈਕਚਰਸ ਲਾਏ ਆ ਉਹਨਾਂ ਨੂੰ ਪਤਾ ਹੈ ਕਿ ਲੈਕਚਰ ਨੰਬਰ 2 'ਚ ਅਸੀਂ ਇਹ ਦੱਸਿਆ ਸੀ ਕਿ ਭਾਰਤ 'ਚ ਕਿਹੜੀਆਂ-ਕਿਹੜੀਆਂ ਵਿਦੇਸ਼ੀ ਤਾਕਤਾਂ ਆਈਆਂ, ਸਿਰਫ ਅੰਗਰੇਜ਼ਾਂ ਨੂੰ ਛੱਡ ਕੇ ਅਸੀਂ ਬਾਕੀ ਸਾਰਾ ਮਸਲਾ ਹੱਲ ਕਰ ਲਿਆ ਸੀ। ਸੋ ਅੱਜ ਅਸੀਂ ਉਸੇ ਤੋਂ ਹੀ ਲੈਕਚਰ ਅੱਗੇ ਸਟਾਰਟ ਕਰਨ ਜਾ ਰਹੇ ਹਾਂ। ਮਤਲਬ ਕਿ ਯਾਦ ਹੋਵੇ ਆਪਾਂ ਲਾਸਟ ਲੈਕਚਰ 'ਚ ਸਮਾਪਤੀ ਕੀਤੀ ਸੀ ਕਿ ਅਸੀਂ ਕਰਨਾਟਿਕ ਯੁੱਧ ਪੜ੍ਹਾਂਗੇ। ਸੋ ਉਹੀ ਆ, ਅਸੀਂ ਕਰਨਾਟਿਕ ਯੁੱਧਾਂ ਤੋਂ ਸ਼ੁਰੂ ਕਰਨ ਲੱਗੇ ਹਾਂ। ਸਮਝਣ ਦੀ ਕੋਸ਼ਿਸ਼ ਕਰਿਓ। ਮੈਂ ਇਹ ਗੱਲ ਸਪਸ਼ਟ ਕਰਤੀ ਸੀ ਕਿ 1700 ਈਸਵੀ ਤੋਂ ਬਾਅਦ ਭਾਰਤ ਵਿੱਚ ਅੰਗਰੇਜ਼ ਅਤੇ ਫਰੈਂਚ, ਭਾਰਤ 'ਚ ਅੰਗਰੇਜ਼ ਅਤੇ ਫਰਾਂਸੀਸੀ, ਇਹੀ ਦੋ ਤਗੜੀਆਂ ਤਾਕਤਾਂ ਸੀ ਜਿਨ੍ਹਾਂ ਦੀ ਆਪਸੀ ਟਸਲ ਸੀ। ਇੱਕ ਵਾਰੀ ਤਾਂ 1700 ਤੋਂ ਲੈ ਕੇ 1730 ਤੱਕ ਭਾਰਤ 'ਚ ਅੰਗਰੇਜ਼ਾਂ ਨੇ ਫਰਾਂਸੀ ਦਬਾ ਲਏ। ਪਹਿਲੀ ਗੱਲ ਤਾਂ ਫਰਾਂਸੀ ਆਈ ਬਹੁਤ ਲੇਟ ਸੀ, 1668 'ਚ ਭਾਰਤ ਪਹੁੰਚੇ ਆ ਅਤੇ 1700 ਤੋਂ ਲੈ ਕੇ 1720-25 ਤੱਕ ਦਬਦੇ ਰਹੇ। ਜਦੋਂ ਦੱਖਣੀ ਭਾਰਤ ਵਿੱਚ ਨਵਾਂ ਉਹਨਾਂ ਦਾ ਗਵਰਨਰ, ਇਸ ਇਲਾਕੇ 'ਚ ਦੱਖਣੀ ਭਾਰਤ ਦਾ ਆਹ ਇਲਾਕਾ ਕਰਨਾਟਿਕ ਦਾ ਇਲਾਕਾ ਸੀ, ਇੱਥੇ ਹੈਦਰਾਬਾਦ ਦਾ ਰਾਜ ਹੁੰਦਾ ਸੀਗਾ। ਸੋ ਇਸ ਇਲਾਕੇ ਦੇ ਵਿੱਚ ਜਦੋਂ ਤੱਕ ਫਰਾਂਸ ਵਾਲਿਆਂ ਦਾ ਗਵਰਨਰ ਡੁਪਲੈਕ ਨਹੀਂ ਆਇਆ, ਉਦੋਂ ਤੱਕ ਫਰਾਂਸੀ ਦਬੇ ਆ। ਸੋ ਡੁਪਲੈਕਸ ਦੇ ਆਉਣ ਤੋਂ ਬਾਅਦ ਡੁਪਲੇ ਜਿਹੜਾ ਭਾਰਤ 'ਚ ਫਰਾਂਸੀਆਂ ਦਾ ਗਵਰਨਰ ਬਣ ਕੇ ਆਇਆ, ਉਹਨੇ ਭਾਰਤ 'ਚ ਕਾਫੀ ਤਰੀਕੇ ਨਾਲ ਅੰਗਰੇਜ਼ਾਂ ਨੂੰ ਦਬਾਇਆ ਅਤੇ 3 ਕਰਨਾਟਿਕ ਯੁੱਧ ਜਿਹੜੇ ਆ ਉਹ ਲੜੇ ਗਏ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ। ਪਹਿਲਾ ਕਰਨਾਟਿਕ ਯੁੱਧ ਜਿਹੜਾ ਹੈ ਉਹ 1740 ਤੋਂ ਲੈ ਕੇ 1746 ਤੱਕ ਲੜਿਆ ਗਿਆ। ਪਹਿਲੀ ਗੱਲ, ਇਹ ਕਰਨਾਟਿਕ ਯੁੱਧ ਹੁੰਦੇ ਕੀ ਆ? ਭਾਰਤ ਦੇ ਦੱਖਣ ਵਾਲੇ ਇਲਾਕੇ ਦੇ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੀ ਟਸਲ ਜਿਹੜੀ ਸੀ, ਉਹਦੇ 'ਚ ਇੱਕ ਤਾਂ ਇਸ ਕਰਨਾਟਿਕ ਦੇ ਇਲਾਕੇ ਦਾ ਰਾਜਾ ਸਿੱਧੇ ਤੌਰ 'ਤੇ ਜ਼ਿੰਮੇਵਾਰ ਸੀ। ਇਸ ਇਲਾਕੇ ਦਾ ਹੈਦਰਾਬਾਦ ਦਾ ਨਵਾਬ ਵੀ ਸਿੱਧੇ ਪਾਸੇ ਸੀ। ਇਸ ਇਲਾਕੇ ਦੇ ਵਿੱਚ ਮਰਾਠਿਆਂ ਦਾ ਚੰਗਾ ਦਬਦਬਾ ਸੀ। ਮਰਾਠੇ ਵੀ ਸਿੱਧੇ ਤੌਰ 'ਤੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿੰਮੇਵਾਰ ਸੀ। ਇਹ ਇਲਾਕਾ ਮੈਸੂਰ ਦਾ ਇਲਾਕਾ ਸੀ, ਇਹ ਵੀ ਵਿੱਚ ਜ਼ਿੰਮੇਵਾਰ ਸੀ। ਅਤੇ ਆਹ ਇਲਾਕਾ ਵਿੱਚ ਕਿਤੇ ਨਾ ਕਿਤੇ ਤ੍ਰੈਵਨਕੌਰ ਦੇ ਰਾਜੇ ਦਾ ਸੀ। ਪਹਿਲੀ ਗੱਲ ਤਾਂ ਇਹਨਾਂ ਇਲਾਕਿਆਂ ਨੂੰ ਮਾਰਕ ਕਰ ਲਿਓ ਆਪਣੇ ਮੈਪ 'ਤੇ। ਹੈਦਰਾਬਾਦ ਦੇ ਨਵਾਬ ਦਾ, ਕਰਨਾਟਿਕ ਦੇ ਨਵਾਬ ਦਾ, ਤ੍ਰੈਵਨਕੌਰ ਦੇ ਨਵਾਬ ਦਾ, ਇਹ ਟੀਪੂ ਸੁਲਤਾਨ ਦਾ ਮੈਸੂਰ ਦਾ ਇਲਾਕਾ ਅਤੇ ਆਹ ਮਰਾਠਿਆਂ ਦਾ ਇਲਾਕਾ। ਵਿੱਚ ਕਿਤੇ ਕਿਤੇ ਅੰਗਰੇਜ਼ਾਂ ਦੀ ਆਪਣੀ ਜ਼ਮੀਨ ਸੀ ਅਤੇ ਕੁਛ ਹਿੱਸੇ ਵਿੱਚ ਫਰਾਂਸੀਸੀਆਂ ਕੋਲ ਸੀਗੇ। ਸੋ ਅਸਲ ਦੇ ਵਿੱਚ ਕਰਨਾਟਿਕ ਜਿਹੜਾ ਇਸ ਪਾਸੇ ਦਾ ਰਾਜਾ ਸੀਗਾ, ਇਸ ਇਲਾਕੇ 'ਚ ਇੱਕ ਲੜਾਈ ਲੜੀ ਗਈ। ਆਹ ਥੱਲੇ ਮਦਰਾਸ ਆ, ਮਦਰਾਸ ਉਸ ਟਾਈਮ ਅੰਗਰੇਜ਼ਾਂ ਦੇ ਅਧੀਨ ਸੀ। ਇੱਥੇ ਪੁਡੂਚੇਰੀ ਸੀ, ਪੁਡੂਚੇਰੀ ਫਰਾਂਸ ਵਾਲਿਆਂ ਦੇ ਅਧੀਨ ਸੀ। ਸੋ ਫਰਾਂਸੀ ਅਤੇ ਅੰਗਰੇਜ਼ਾਂ ਦੇ ਵਿੱਚ 1740 ਤੋਂ ਲੈ ਕੇ 46 ਤੱਕ ਪਹਿਲਾ ਕਰਨਾਟਿਕ ਯੁੱਧ ਹੋਇਆ। ਅਸਲ ਦੇ ਵਿੱਚ ਕਾਰਨ ਕੀ ਮੰਨਿਆ ਜਾਂਦਾ ਹੈ? ਕਹਿੰਦੇ ਜਦੋਂ ਕਈ ਵਾਰੀ ਦੋ ਬਜ਼ੁਰਗ ਲੜ ਪੈਣ ਤਾਂ ਉਹਨਾਂ ਦੇ ਬੱਚੇ ਵੀ ਜਦੋਂ ਕ੍ਰਿਕਟ ਖੇਡਦੇ ਆ ਪਿੰਡ ਦੇ ਗਰਾਊਂਡ 'ਚ, ਉਹ ਵੀ ਲੜ ਪੈਂਦੇ ਆਪਸ 'ਚ। ਅਸਲ ਦੇ ਵਿੱਚ ਯੂਰਪ ਦੇ ਵਿੱਚ ਕੀ ਹੋਇਆ ਸੀ? ਯੂਰਪ ਦੇ ਵਿੱਚ ਇੰਗਲੈਂਡ ਅਤੇ ਫਰਾਂਸ ਦੀ ਕਿਸੇ ਕਾਰਨ ਕਰਕੇ ਲੜਾਈ ਹੋ ਗਈ। ਉਹਨੂੰ ਕਹਿੰਦੇ ਆ ਐਂਗਲੋ ਫਰੈਂਚ ਯੁੱਧ, ਯੂਰਪ ਦੇ ਵਿੱਚ ਹੋਇਆ ਸੀਗਾ। ਵਜ੍ਹਾ ਕਹਿੰਦੇ ਆਸਟਰੀਆ ਦੇ ਰਾਜੇ ਦੀ ਹੋ ਜਾਂਦੀ ਆ ਮੌਤ। ਆਸਟਰੀਆ ਦੇ ਰਾਜੇ ਦੇ ਮਰਨ ਤੋਂ ਬਾਅਦ ਆਸਟਰੀਆ ਦੀ ਗੱਦੀ 'ਤੇ ਕੌਣ ਬਿਰਾਜਮਾਨ ਹੋਊਗਾ? ਉਹ ਰਾਜੇ ਦੀ ਕੁੜੀ ਕਿ ਰਾਜੇ ਦਾ ਮੁੰਡਾ? ਇਹਨੂੰ ਲੈ ਕੇ ਫਰਾਂਸ ਅਤੇ ਇੰਗਲੈਂਡ ਆਪਸ 'ਚ ਲੜ ਪਏ। ਉਹਦਾ ਅਸਰ ਪੂਰੀ ਦੁਨੀਆ 'ਤੇ ਉੱਥੇ ਦਿਸਿਆ ਜਿੱਥੇ ਉਹਨਾਂ ਦੀਆਂ ਬਸਤੀਆਂ ਸੀ। ਜਿਵੇਂ ਫਰਾਂਸ ਵਾਲਿਆਂ ਦੀ ਭਾਰਤ 'ਚ ਫਰੈਂਚ ਬਸਤੀ ਸੀ, ਜਿੱਥੇ ਉਹਨਾਂ ਦੇ ਇਲਾਕੇ ਸੀ, ਅਤੇ ਅੰਗਰੇਜ਼ਾਂ ਦੇ ਇਲਾਕੇ, ਉਹਨਾਂ 'ਚ ਆਪਸੀ ਟਸਲ ਇਸ ਕਾਰਨ ਸ਼ੁਰੂ ਹੋਈ। ਸੋ ਅਸਲ ਦੇ ਵਿੱਚ ਹੋਇਆ ਕਿ ਉਸ ਵੇਲੇ ਜਿਹੜਾ ਫਰਾਂਸ ਸੀਗਾ ਅਤੇ ਕਰਨਾਟਿਕ ਦਾ ਨਵਾਬ ਅਨਵਰੁਦੀਨ, ਇਹਨਾਂ ਦੇ ਵਿਚਕਾਰ ਇੱਕ ਬੜੀ ਜ਼ਬਰਦਸਤ ਲੜਾਈ ਹੋਈ। ਤੁਸੀਂ ਕਹੋਗੇ ਕਰਨਾਟਿਕ ਦੇ ਨਵਾਬ ਨਾਲ, ਇੱਥੋਂ ਦੇ ਨਵਾਬ ਦਾ ਕੀ ਕੰਮ ਆ? ਜਿਹੜਾ ਉਸ ਵੇਲੇ ਕਰਨਾਟਿਕ ਇਲਾਕੇ ਦਾ ਨਵਾਬ ਸੀ ਅਨਵਰੁਦੀਨ, ਉਹਦੀ ਬਣਦੀ ਬਹੁਤ ਸੀ ਅੰਗਰੇਜ਼ਾਂ ਨਾਲ। ਸੋ ਉਹ ਅੰਗਰੇਜ਼ਾਂ ਦੀ ਮਦਦ ਵਿੱਚ ਆਉਣ ਲੱਗਾ। ਇਹ ਗੱਲ ਫਰਾਂਸੀਆਂ ਨੂੰ ਪਤਾ ਲੱਗ ਗਈ। ਫਰਾਂਸੀ ਕਹਿੰਦੇ ਅੰਗਰੇਜ਼ਾਂ 'ਤੇ ਹਮਲਾ ਤਾਂ ਬਾਅਦ 'ਚ ਕਰਾਂਗੇ, ਪਹਿਲਾਂ ਤੈਨੂੰ ਸਵਾਰਦੇ ਹਾਂ। ਸੋ ਫਰੈਂਚ ਵਾਲਿਆਂ ਨੇ, ਫਰਾਂਸ ਵਾਲਿਆਂ ਨੇ ਕਰਨਾਟਕ ਦੇ ਨਵਾਬ ਅਨਵਰੁਦੀਨ 'ਤੇ ਹਮਲਾ ਕਰਤਾ। ਉਹਨੂੰ ਕਹਿੰਦੇ ਆ ਸੈਂਟ ਥੋਮ ਦੀ ਜੰਗ, ਬੈਟਲ ਆਫ ਸੈਂਟ ਥੋਮ। ਬੜੀ ਮਸ਼ਹੂਰ ਲੜਾਈ ਆ, ਕਈ ਲੋਕ ਇਹਨੂੰ ਬੈਟਲ ਆਫ ਅਦਿਆਰ ਵੀ ਕਹਿ ਦਿੰਦੇ ਆ। ਸੋ ਇਹ ਗੱਲ ਬੜੀ ਮਸ਼ਹੂਰ ਤਰੀਕੇ ਨਾਲ ਮੰਨੀ ਜਾਂਦੀ ਆ ਕਿ ਇਸ ਲੜਾਈ ਦੀ ਆਪਣੇ ਆਪ ਦੇ ਵਿੱਚ ਬਹੁਤ ਖਾਸੀਅਤ ਸੀਗੀ।
ਕਹਿੰਦੇ ਪਹਿਲੀ ਕਰਨਾਟਿਕ ਯੁੱਧ ਦੇ ਵਿੱਚ ਜਿਹੜੀ ਲੜਾਈ ਲੜੀ ਗਈ ਉਹਦਾ ਕੀ ਨਾਮ ਆ? ਕਈ ਲੋਕ ਉਹਨੂੰ ਬੈਟਲ ਆਫ ਸੈਂਟ ਥੋਮ ਦੀ ਲੜਾਈ, ਕਈ ਉਹਨੂੰ ਅਦਿਆਰ ਦੀ ਲੜਾਈ ਤੇ ਕਈ ਉਹਨੂੰ ਮਦਰਾਸ ਦੀ ਲੜਾਈ ਕਹਿੰਦੇ ਆ। ਕਹਿੰਦੇ ਉਸ ਲੜਾਈ ਦੇ ਵਿੱਚ ਅੰਗਰੇਜ਼ ਵੀ ਆ ਗਏ, ਪਰ ਫਰਾਂਸ ਵਾਲੇ ਜਿਹੜੇ ਸੀ ਉਹ ਘੱਟ ਥੋੜ੍ਹਾ ਸੀ। ਭਾਰਤ ਤੋਂ ਥੱਲੇ ਇੱਕ ਇਲਾਕਾ ਹੈ ਮੌਰੀਸ਼ੀਅਸ ਦਾ, ਸੁਣਿਆ ਹੋਣਾ ਤੁਸੀਂ, ਬਹੁਤ ਥੱਲੇ ਜੇ ਜਾ ਕੇ, ਉੱਥੇ ਵੀ ਫਰਾਂਸ ਵਾਲਿਆਂ ਦਾ ਕਬਜ਼ਾ ਸੀ। ਸੋ ਡੁਪਲੈਕਸ ਜਿਹੜਾ ਉਸ ਟਾਈਮ ਭਾਰਤ 'ਚ ਗਵਰਨਰ ਸੀ, ਉਹਨੇ ਫਰਾਂਸ ਦਾ ਜਿਹੜਾ ਉਹ ਸੀਗਾ ਮੌਰੀਸ਼ੀਅਸ ਦਾ ਜਿਹੜਾ ਫਰੈਂਚ ਗਵਰਨਰ ਸੀ ਐਡਮਿਰਲ ਬੋਨੇਸ, ਬਹੁਤ ਇੰਪੋਰਟੈਂਟ ਨਾਮ ਆ, ਇਹਦੀ ਮਦਦ ਲਈ ਉਹ ਸੈਨਾ ਲੈ ਕੇ ਆਇਆ। ਫਰਾਂਸੀਆਂ ਦੀ ਸੈਨਾ ਵੱਧ ਗਈ, ਇਹਨਾਂ ਨੇ ਚੱਕ ਕੇ ਹਮਲਾ ਕਰਤਾ। ਕਹਿੰਦੇ ਇਹਦੇ 'ਚ ਬਹੁਤ ਬੁਰੇ ਤਰੀਕੇ ਨਾਲ ਹਾਰ ਦਾ ਸਾਹਮਣਾ ਪਿਆ ਅੰਗਰੇਜ਼ਾਂ ਨੂੰ। ਖੈਰ ਉਸ ਤੋਂ ਬਾਅਦ ਇਸ ਲੜਾਈ ਦਾ ਨਤੀਜਾ ਇਹ ਨਿਕਲਿਆ ਕਿ ਇਹ ਲੜਾਈ ਠੰਡੇ ਵਸਤੇ ਪੈ ਗਈ। ਠੀਕ ਆ, ਇਸ ਲੜਾਈ ਦਾ ਨਤੀਜਾ ਇਹ ਨਿਕਲਿਆ ਕਿ ਇਹ ਲੜਾਈ ਜਿਹੜੀ ਸੀ ਤਕਰੀਬਨ ਠੰਡੇ ਵਸਤੇ ਪੈ ਗਈ। ਇਹ ਲੜਾਈ ਦਾ ਅਸਲੀ ਸਮਾਂ ਜਿਹੜਾ ਹੈ 1746 ਤੋਂ ਲੈ ਕੇ 48 ਲਿਖਿਆ ਜਾਵੇ ਤਾਂ ਜ਼ਿਆਦਾ ਵਧੀਆ। ਠੀਕ ਆ, 1746 ਤੋਂ ਲੈ ਕੇ 48 ਸਹੀ ਟਾਈਮ ਲਾਈਨ ਹੈ ਇਹਦੀ, ਕਈ ਵਾਰੀ 40 ਤੋਂ 46 ਗਲਤ ਲਿਖੀ ਹੋਈ ਹੈ। ਸੋ ਕਹਿੰਦੇ ਆ ਪੇਪਰ 'ਚ ਆਉਣ ਵਾਲੇ ਸਵਾਲ ਕਿ ਅਦਿਆਰ ਦੀ ਲੜਾਈ ਦਾ ਮੁੱਖ ਕਾਰਨ ਕੀ ਸੀਗਾ? ਮੁੱਖ ਕਾਰਨ ਸੀ ਅਨਵਰੁਦੀਨ ਦਾ ਫਰਾਂਸ ਵਾਲਿਆਂ 'ਤੇ ਹਮਲਾ ਕਰ ਦੇਣਾ, ਅਤੇ ਉਹਦੇ ਜਵਾਬ ਦੇ ਵਿੱਚ ਫਰਾਂਸ ਵਾਲਿਆਂ ਦਾ ਅੰਗਰੇਜ਼ਾਂ 'ਤੇ ਅਨਵਰੁਦੀਨ 'ਤੇ ਹਮਲਾ ਕਰ ਦੇਣਾ। ਕਹਿੰਦੇ ਇਸ ਲੜਾਈ ਦਾ ਜਿਹੜਾ ਸਮਾਂ ਹੈ ਉਹ 46 ਤੋਂ ਲੈ ਕੇ 48 ਤੱਕ ਆ। ਅੰਗਰੇਜ਼ਾਂ ਵੱਲੋਂ ਬਾਰਨੈਟ ਨਾਮ ਦਾ ਅਫਸਰ ਸੀ, ਫਰਾਂਸ ਵਾਲਿਆਂ ਵੱਲੋਂ ਡੁਪਲੇ, ਅਤੇ ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਹੈ ਬੋਰਦੋਵਨੀਆਜ਼, ਇਹ ਬੰਦਾ ਸੀ ਜਿਹੜਾ ਮੌਰੀਸ਼ੀਅਸ ਤੋਂ ਆਇਆ ਸੀ। ਇਸ ਲੜਾਈ ਦਾ ਕਾਰਨ ਸੀ ਆਸਟਰੀਆ ਦੇ ਵਿੱਚ ਰਾਜੇ ਦੀ ਮੌਤ ਤੋਂ ਬਾਅਦ ਗੱਦੀ ਨੂੰ ਲੈ ਕੇ ਰੌਲਾ। ਖੈਰ 1748 'ਚ ਉਹ ਰੌਲਾ ਮੁੱਕ ਗਿਆ, ਕਿਉਂਕਿ ਯੂਰਪ ਦੇ ਵਿੱਚ ਲਾ ਐਕਸਚੈਪਲ, ਇਹ ਪਿੰਡ ਹੈ ਇੱਕ ਉੱਥੇ, ਲਾ ਐਕਸਚੈਪਲ ਪਿੰਡ 'ਚ ਬਹਿ ਕੇ ਸੰਧੀ ਹੋ ਗਈ। ਅੰਗਰੇਜ਼ਾਂ ਅਤੇ ਫਰਾਂਸ ਵਾਲਿਆਂ ਦਾ ਸਮਝੌਤਾ ਹੋ ਗਿਆ, ਭਾਰਤ 'ਚ ਇਹਨਾਂ ਨੂੰ ਕਹਿਤਾ ਕਿ ਤੁਸੀਂ ਵੀ ਸ਼ਾਂਤ ਹੋ ਜਾਓ। ਸੋ ਲਾ ਐਕਸਚੈਪਲ ਜਿਹੜੀ ਹੈਗਾ ਯੂਰਪ ਦਾ ਇੱਕ ਪਿੰਡ ਆ, ਉੱਥੇ ਬੈਠ ਕੇ ਹੋਈ ਸੰਧੀ ਨਾਲ ਪਹਿਲੀ ਕਰਨਾਟਿਕ ਜੰਗ ਜਿਹੜੀ ਆ ਉਹ ਖਤਮ ਹੋ ਜਾਂਦੀ ਆ। ਸੋ ਕਹਾਣੀ ਸਮਝ ਆ ਗਈ ਸਾਰਿਆਂ ਨੂੰ ਕਿ ਪਹਿਲੀ ਕਰਨਾਟਿਕ ਜੰਗ 'ਚ ਕੀ ਕੀ ਪੁੱਛਿਆ ਜਾ ਸਕਦਾ ਹੈ। ਪਰ ਮਸਲਾ ਹਜੇ ਖਤਮ ਨਹੀਂ ਹੋਇਆ, ਨਾਲ ਦੀ ਨਾਲ 49 ਤੋਂ ਲੈ ਕੇ 54 ਤੱਕ ਦੂਜੀ ਜੰਗ ਸ਼ੁਰੂ ਹੋ ਗਈ। ਆਖਰ ਦੂਜੀ ਜੰਗ ਸ਼ੁਰੂ ਕਿਉਂ ਹੋਈ? ਪਹਿਲੀ ਜੰਗ ਦਾ ਤੇ ਕਾਰਨ ਪਤਾ ਲੱਗ ਗਿਆ। ਦੂਜੀ ਜੰਗ ਦਾ ਕਾਰਨ ਸੀ ਆਹ ਇਲਾਕਾ ਹੈ ਹੈਦਰਾਬਾਦ ਦਾ। ਹੈਦਰਾਬਾਦ ਦੇ ਨਵਾਬ ਦੀ ਮੌਤ ਹੋ ਗਈ। ਤੁਸੀਂ ਸੁਣਿਆ ਹੋਣਾ, ਮੈਂ ਪੁਰਾਣੇ ਲੈਕਚਰਾਂ 'ਚ ਪੜ੍ਹਾਇਆ ਕਿ ਜਿਹੜਾ ਹੈਦਰਾਬਾਦ ਦਾ ਨਵਾਬ ਸੀ ਉਹਨੇ 1724 ਦੇ ਵਿੱਚ ਨਿਜ਼ਾਮ ਉਲ ਮੁਲਕ ਅਸ਼ਫ ਸ਼ਾਹ ਨੇ ਦਿੱਲੀ ਦੇ ਸਮਰਾਜ ਤੋਂ ਅੱਡ ਹੋ ਕੇ ਆਪਣਾ ਵੱਖਰਾ ਰਾਜ ਭਾਗ ਕਰ ਲਿਆ। 1748 'ਚ ਉਹਦੀ ਮੌਤ ਹੋ ਗਈ। ਉਹਦੀ ਮੌਤ ਤੋਂ ਬਾਅਦ ਉਹਦਾ ਮੁੰਡਾ ਅਤੇ ਉਹਦਾ ਦੋਹਤਾ ਆਪਸ 'ਚ ਉਲਝ ਗਏ। ਇੱਕ ਕਹਿੰਦਾ ਗੱਦੀ 'ਤੇ ਮੈਂ ਬਹਿਣਾ, ਇੱਕ ਕਹਿੰਦਾ ਗੱਦੀ 'ਤੇ ਮੈਂ ਬਹਿਣਾ। ਉਹ ਕੌਣ ਸੀ? ਉਹ ਆ ਜਾਓ ਉਹਨਾਂ ਬਾਰੇ ਦੱਸਦਾ। ਇੱਕ ਦਾ ਨਾਮ ਸੀ ਮੁਜ਼ੱਫਰ ਜੰਗ, ਇੱਕ ਦਾ ਨਾਮ ਸੀ ਨਾਸਿਰ ਜੰਗ। ਮੁੰਡਾ ਸੀ ਮੁਜ਼ੱਫਰ ਜੰਗ, ਉਹ ਕਹਿੰਦਾ ਗੱਦੀ 'ਤੇ ਮੈਂ ਬਹਿਣਾ। ਦੋਹਤਾ ਸੀ ਨਾਸਿਰ ਜੰਗ, ਉਹ ਕਹਿੰਦਾ ਗੱਦੀ 'ਤੇ ਮੈਂ ਬਹਿਣਾ। ਠੀਕ ਆ, ਸਿੰਧ ਦਾ ਫਾਰਮੂਲਾ ਐਵੇਂ ਹੋਇਆ। ਮੁਜ਼ੱਫਰ ਜੰਗ ਨੂੰ ਫਰਾਂਸ ਵਾਲਿਆਂ ਨੇ ਆਪਣੇ ਨਾਲ ਰਲਾ ਲਿਆ, ਅਤੇ ਕੀ ਨਾਮ ਉਹਦਾ ਦੂਸਰਾ ਸੀਗਾ ਆਪਣਾ ਨਾਸਿਰ ਜੰਗ, ਉਹਨੂੰ ਅੰਗਰੇਜ਼ਾਂ ਨੇ ਅੰਗਰੇਜ਼ ਮਤਲਬ ਇੰਗਲਿਸ਼, ਉਹਨਾਂ ਨੇ ਆਪਣੇ ਨਾਲ ਮਿਲਾ ਲਿਆ। ਲਓ ਜੀ, ਆਹ ਗੱਲ ਕਲੀਅਰ ਹੋ ਗਈ। ਹੁਣ ਆ ਜਾਓ, ਇੱਕ ਤਾਂ ਮਸਲੇ 'ਚ ਆ ਗਿਆ ਕਿ ਅੱਛਾ ਦੂਜੇ ਕਰਨਾਟਿਕ ਜੰਗ ਦੇ ਵਿੱਚ ਹੈਦਰਾਬਾਦ ਦਾ ਵੀ ਰੋਲ ਸੀ, ਕਰਨਾਟਿਕ ਦਾ ਵੀ ਕੋਈ ਰੋਲ ਸੀ। ਜਿਹੜਾ ਕਰਨਾਟਿਕ ਦਾ ਰਾਜਾ ਸੀ ਉਹਦਾ ਨਾਮ ਸੀ ਅਨਵਰੁਦੀਨ। AN ਪਾਤਾ ਮਤਲਬ ਅਨਵਰੁਦੀਨ। ਹੋਇਆ ਕਿ ਇੱਕ ਨਾ ਕਰਨਾਟਿਕ ਦਾ ਪੁਰਾਣਾ ਰਾਜਾ ਹੁੰਦਾ ਸੀਗਾ, ਨਵਾਬ ਹੁੰਦਾ ਸੀ ਚੰਦਾ ਸਾਹਿਬ। ਉਹ ਕਿਸੇ ਕਾਰਨ ਕਰਕੇ ਨਾ ਇੱਥੇ ਬੈਠੇ ਹੋਏ ਮਰਾਠਿਆਂ ਦੀ ਜੇਲ੍ਹ 'ਚ ਸੀ। ਮਰਾਠੇ ਵੀ ਸਵਾਦ ਲੈਣਾ ਚਾਹੁੰਦੇ ਸੀ। ਮਰਾਠਿਆਂ ਨੇ ਚੰਦਾ ਸਾਹਿਬ ਜੇਲ੍ਹ 'ਚੋਂ ਛੱਡਤਾ, ਕਿਸੇ ਵੀ ਕਾਰਨ ਕਰਕੇ ਛੱਡਤਾ ਹੋਊਗਾ। ਚੰਦਾ ਸਾਹਿਬ ਵਾਪਸ ਆ ਗਿਆ। ਹੁਣ ਚੰਦਾ ਸਾਹਿਬ ਜਿਹੜਾ ਸੀ ਅਤੇ ਅਨਵਰੁਦੀਨ, ਉਹਨਾਂ 'ਚ ਗੱਦੀ ਨੂੰ ਲੈ ਕੇ ਟਸਲ ਹੋ ਗਈ। ਚੰਦਾ ਸਾਹਿਬ ਜਿਹੜਾ ਸੀਗਾ ਉਹਨੂੰ ਫਰਾਂਸ ਵਾਲੇ ਆਪਣੇ ਨਾਲ ਰਲਾ ਗਏ, ਅਤੇ ਅੰਗਰੇਜ਼, ਆਹ ਦੇਖੋ ਥੱਲੇ ਸਾਰੀ ਅੰਗਰੇਜ਼ਾਂ ਵਾਲੀ ਲੈਣ ਆ। ਅੰਗਰੇਜ਼, ਮੁਹੰਮਦ ਅਲੀ, ਅਤੇ ਤੁਸੀਂ ਕਹੋਗੇ ਸਰ ਮੁਹੰਮਦ ਅਲੀ ਕੌਣ? ਇੱਥੇ ਤਾਂ ਚੰਦਾ ਸਾਹਿਬ, ਇੱਥੇ ਤਾਂ ਅਨਵਰੁਦੀਨ ਲਿਖਿਆ ਹੋਣਾ ਚਾਹੀਦਾ ਹੈ। ਬਈ ਠੀਕ ਆ, ਦੇਖਦੇ ਹਾਂ, ਉਹਦਾ ਵੀ ਮਸਲਾ ਹੱਲ ਕਰਦੇ ਹਾਂ। ਲੜਾਈ ਛਿੜਪੀ। ਚੱਲਦੀ ਲੜਾਈ ਦੇ ਵਿੱਚ ਫਰਾਂਸ ਵਾਲਿਆਂ ਦਾ ਟਾਈਮ ਚੰਗਾ ਸੀ। ਮੁਜ਼ੱਫਰ ਜੰਗ ਨੇ, ਚੰਦਾ ਸਾਹਿਬ ਨੇ ਪੂਰੀ ਲੜਾਈ 'ਚ ਅਨਵਰੁਦੀਨ ਦਾ ਕਤਲ ਕਰਤਾ, ਗੱਦੀ 'ਤੇ ਬਹਿ ਗਿਆ। ਅਨਵਰੁਦੀਨ ਦੀ ਜਗ੍ਹਾ
ਹੁਣ ਜਿਹੜਾ ਬੰਦਾ ਲੜਾਈ ਲੜ ਰਿਹਾ ਸੀਗਾ ਉਹ ਉਹਦਾ ਮੁੰਡਾ ਸੀ ਮੁਹੰਮਦ ਅਲੀ। ਸੋ ਇਸ ਕਰਕੇ ਅਨਵਰੁਦੀਨ ਦਾ ਨਾਮ ਘੱਟ ਆਉਂਦਾ, ਕਿਉਂਕਿ ਉਹ ਚੱਲਦੀ ਲੜਾਈ 'ਚ ਮਾਰਿਆ ਗਿਆ ਅਤੇ ਸਾਂਭ ਲਿਆ ਸਾਰਾ ਕੁਛ ਉਹਦੇ ਮੁੰਡੇ ਮੁਹੰਮਦ ਅਲੀ ਨੇ। ਲੜਾਈ ਅੱਗੇ ਤੱਕ ਵੱਧਦੀ ਗਈ, ਇੱਥੋਂ ਤੱਕ ਕਿ ਫਰਾਂਸ ਵਾਲਿਆਂ ਨੇ ਮੁਜ਼ੱਫਰ ਜੰਗ ਨੂੰ ਹੈਦਰਾਬਾਦ ਦਾ ਵੀ ਲਵਾਤਾ। ਪਰ ਚੱਲਦੀ ਲੜਾਈ ਦੇ ਵਿੱਚ, ਚੱਲਦੀ ਲੜਾਈ 'ਚ ਆਖਰ ਇੱਕ ਖੇਡ ਪਲਟੀ। ਕਦੋਂ? ਜਦੋਂ ਜਲਦੀ ਲੜਾਈ ਦੇ ਵਿੱਚ ਇੱਕ ਬਹੁਤ ਵੱਡੇ ਤੌਰ 'ਤੇ ਇੱਕ ਘਟਨਾਕ੍ਰਮ ਵਾਪਰਦਾ ਹੈ। ਹੈਦਰਾਬਾਦ 'ਚ ਨਾਸਿਰ ਜੰਗ ਦਾ ਕੀ ਰੌਲਾ ਸੀ ਅਤੇ ਮੁਜ਼ੱਫਰ ਜੰਗ ਦਾ ਕੀ? ਆਹ ਪੋਤਾ ਨਹੀਂ ਗਾ, ਇੱਥੇ ਦੋਹਤਾ ਲਿਖ ਲਿਓ, ਥੋੜ੍ਹਾ ਜਿਹਾ ਨਾ ਗਲਤ ਹੋ ਗਿਆ, ਇਹ ਦੋਹਤਾ ਸੀਗਾ, ਠੀਕ ਆ। ਕਰਨਾਟਕ ਦੀ ਲੜਾਈ 'ਚ ਸਾਰਾ ਕੁਛ ਹੁੰਦਾ। ਸਭ ਤੋਂ ਟਰਨਿੰਗ ਪੁਆਇੰਟ, ਜਿਵੇਂ ਪਹਿਲੀ ਯੁੱਧ ਦੇ ਵਿੱਚ ਸਭ ਤੋਂ ਖਤਰਨਾਕ ਲੜਾਈ ਕਿਹੜੀ ਸੀ? ਸੈਂਟ ਥੋਮ ਦੀ, ਜਿਹਨੂੰ ਅਦਿਆਰ ਦੀ ਲੜਾਈ ਜਾਂ ਮਦਰਾਸ ਦੀ ਲੜਾਈ। ਦੂਜੇ ਕਰਨਾਟਕ ਯੁੱਧ 'ਚ ਸਭ ਤੋਂ ਖਤਰਨਾਕ ਲੜਾਈ ਸੀ ਅੰਬੂਰ ਦੀ ਲੜਾਈ। ਉਹਨੂੰ ਲੋਕ ਵਲੂਰ ਦੀ ਜਾਂ ਅੰਬੂਰ ਦੀ ਲੜਾਈ ਜ਼ਿਆਦਾ ਕਹਿੰਦੇ ਆ, ਠੀਕ ਆ। ਮੁਹੰਮਦ ਅਲੀ ਉਸ ਲੜਾਈ 'ਚ ਅੱਗੇ ਆ ਗਿਆ। ਮੁਹੰਮਦ ਅਲੀ ਨੇ ਫਰਾਂਸ ਵਾਲਿਆਂ ਨੂੰ ਦਬਾਉਣਾ ਸ਼ੁਰੂ ਕਰਤਾ। ਜਦੋਂ ਇੱਕ ਲੜਾਈ 'ਚ ਫਰਾਂਸ ਵਾਲੇ ਮਾੜੇ ਜਿਹੇ ਦਬੇ, ਇੱਥੇ ਗਲਤੀ ਹੋ ਗਈ ਅਥਾਰਟੀਜ਼ ਕੋਲੋਂ, ਉੱਪਰਲੇ ਅਫਸਰਾਂ ਕੋਲੋਂ। ਫਰਾਂਸ 'ਚੋਂ ਮੈਸੇਜ ਆ ਗਿਆ ਕਿ ਡੁਪਲੈਕਸ ਸਾਹਿਬ ਤੁਸੀਂ ਸਾਡੀ ਪਿੱਠ ਲਵਾਤੀ, ਚੱਲਦੀ ਲੜਾਈ 'ਚ ਤੁਸੀਂ ਹਾਰ ਕਿਵੇਂ ਗਏ? ਚੱਲਦੀ ਲੜਾਈ 'ਚ ਆਪਣਾ ਅਫਸਰ ਬਦਲਤਾ। ਉਹਦੀ ਜਗ੍ਹਾ 'ਤੇ ਗਦੀਹੂ ਨਵਾਂ ਅਫਸਰ ਬਣ ਕੇ ਆਇਆ। ਇੱਥੇ ਗਲਤੀ ਹੋ ਗਈ। ਜੇ ਫਿਰ ਕੇ ਲੜਾਈ 'ਚ ਇੱਕ ਅੱਧਾ ਹਿੱਸਾ ਹਾਰ ਵੀ ਗਏ, ਉਹ ਚੱਲਣ ਦਿਓ। ਡੁਪਲੈਕਸ ਪੁਰਾਣਾ ਖਿਡਾਰੀ ਸੀਗਾ, ਉਹਨੂੰ ਬਦਲ ਕੇ ਜਦੋਂ ਗਦੀਹੂ ਲਿਆਂਦਾ ਇਹਨਾਂ ਨੇ, ਤਾਂ ਗਦੀਹੂ ਚੱਲਦੀ ਲੜਾਈ 'ਚ ਉਹਨੂੰ ਕੋਈ ਹਿਸਾਬ ਨਹੀਂ ਆਇਆ ਅਤੇ ਐਂਡ 'ਚ ਜਾਂਦਿਆਂ ਜਾਂਦਾ ਉਹ ਕੀ ਕਰਦਾ, ਉਹ ਲੜਾਈ ਆਪ ਵੀ ਹਾਰ ਗਿਆ। ਸੋ ਜਦੋਂ 54 ਤੱਕ ਜਾਂਦੇ ਜਾਂਦੇ ਸਮਝੌਤਾ ਹੋਇਆ। ਇਸ ਲੜਾਈ ਤੋਂ ਬਾਅਦ ਪੁੱਡੂਚੇਰੀ ਬੈਠ ਕੇ ਸਮਝੌਤਾ ਹੋਇਆ, ਹਾਰਿਆਂ ਹੋਇਆਂ ਦੇ ਘਰੇ 'ਚ ਸਮਝੌਤਾ, ਕਿਉਂਕਿ ਇਸ ਲੜਾਈ 'ਚ ਫਰਾਂਸ ਹਾਰ ਗਿਆ ਸੀਗਾ। ਸੋ ਡੁਪਲੈਕਸ ਦੀ ਨੀਤੀ ਜਿਹੜੀ ਸੀਗੀ ਉਹ ਤੋਂ ਨਿਰਾਸ਼ ਹੋ ਕੇ ਉਹਨੂੰ 1700 ਚੱਲਦੀ ਲੜਾਈ 'ਚੋਂ ਵਾਪਸ ਬੁਲਾ ਲਿਆ ਅਤੇ ਚੱਲਦੀ ਲੜਾਈ 'ਚੋਂ ਵਾਪਸ ਬੁਲਾ ਕੇ ਗੁਡੇਹੂ ਨੂੰ ਬੁਲਾ ਲਿਆ। ਉਹ ਵੀ ਵਿਚਾਰਾ ਕੀ ਕਰਦਾ, ਉਹਨੇ ਆਖਰ ਹਾਰ ਕੇ ਪੁੱਡੂਚੇਰੀ ਦੀ ਸੰਧੀ ਕਰ ਲਈ, ਪੌਂਡੀਚੇਰੀ ਦੀ ਸੰਧੀ ਕਰਕੇ ਉਹ ਬੜਾ ਬੁਰਾ ਅਤੇ ਨਿਰਾਸ਼ ਤਰੀਕੇ ਨਾਲ ਵਾਪਸ ਗਿਆ। ਸਮਝ ਗਏ ਨਾ ਗੱਲ, ਕਿ ਦੂਜੀ ਕਰਨਾਟਕ ਦੀ ਲੜਾਈ 'ਚ ਫਰਾਂਸ ਵਾਲੇ ਕਿਵੇਂ ਜਿੱਤ ਦੀ ਲੜਾਈ ਹਾਰੇ ਆ। ਦੂਜੀ ਲੜਾਈ ਦਾ ਸਮਝੌਤਾ ਪੁੱਡੂਚੇਰੀ ਦੀ ਸੰਧੀ ਨਾਲ ਹੋਇਆ। ਦੂਜੀ ਲੜਾਈ ਦਾ ਕਾਰਨ ਪਤਾ ਲੱਗ ਗਿਆ। ਹੈਦਰਾਬਾਦ ਦੇ ਨਵਾਬ ਦੀ ਮੌਤ ਤੋਂ ਬਾਅਦ ਖੇਡ ਪਲਟੀ ਹੈ ਸਾਰੀ। ਇਹਦੇ 'ਚ ਅੰਗਰੇਜ਼ ਐਂਡ 'ਚ ਜਾ ਕੇ ਜਿੱਤ ਗਏ। ਇਹਨਾਂ ਨੇ ਨਾਸਿਰ ਜੰਗ ਨੂੰ ਹੈਦਰਾਬਾਦ ਦਾ ਅਤੇ ਮੁਹੰਮਦ ਅਲੀ ਨੂੰ ਕਰਨਾਟਕ ਦਾ ਨਵਾਬ ਲਵਾਤਾ, ਦੂਜੇ ਬੰਦੇ ਸਾਈਡ 'ਤੇ ਕਰਵਾਤੇ, ਮਾਰ ਮੂਰ ਦਿੱਤੇ। ਸੋ ਇਸ ਤਰੀਕੇ ਨਾਲ ਇੱਕ ਵਾਰੀ ਤਾਂ ਵਿੱਚ ਫਰਾਂਸ ਵਾਲੇ ਭਾਰੀ ਹੋਏ ਸੀ, ਫਿਰ ਜਾ ਕੇ ਕੰਮ ਖਰਾਬ ਹੋ ਗਿਆ। ਜਿਹੜੇ ਵੀ ਬੱਚੇ ਸਾਡੇ ਨਾਲ ਜੁੜਨਾ ਚਾਹੁੰਦੇ ਆ, ਉਹ ਸਾਡੀ ਐਪ 'ਤੇ ਆਹ ਕੋਰਸ ਇੱਕ ਵਾਰ ਚੈੱਕ ਕਰ ਲੈਣ। ਪਿਓਰ ਪੰਜਾਬੀ ਮੀਡੀਅਮ 'ਚ ਕੰਟੈਂਟ ਕੁਆਲਿਟੀ ਤੁਹਾਨੂੰ ਮਿਲੂਗੀ। ਜੇ ਤੁਸੀਂ ਮਾਸਟਰ ਕੈਡਰ ਦੇ ਜਾਂ ਟੈਟ ਵਗੈਰਾ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ, ਤਾਂ ਵੀ ਸਾਡੀ ਐਪ ਦੇ ਵਿੱਚ ਜਾਓ, ਟੀਚਿੰਗ ਕੋਰਸਿਸ ਦੀ ਟੈਬ ਬਣੀ ਹੈ, ਉਹਦੇ 'ਚ ਜਾਓ। ਅਸੀਂ ਬੜੇ ਤਰੀਕੇ ਨਾਲ ਇਸ ਤਰੀਕੇ ਨਾਲ ਕੋਰਸ ਤਿਆਰ ਕਰ ਰਹੇ ਹਾਂ ਕਿ ਸਾਰਾ ਸਟੱਡੀ ਮਟੀਰੀਅਲ ਕਿਤਾਬਾਂ ਦੇ ਰੂਪ ਦੇ ਵਿੱਚ ਤੁਹਾਨੂੰ ਦਈਏ। ਤੁਸੀਂ ਨਾ ਇਸ ਵੀਡੀਓ ਨੂੰ ਜਿਹੜੇ ਦੇਖ ਰਹੇ ਆ, ਉਹ ਸਾਡੀ ਐਪ 'ਤੇ, ਸਾਡੀ YouTube 'ਤੇ ਜਾ ਕੇ ਹੀ ਸਾਡੀ ਉਹ ਵੀ ਵੀਡੀਓ ਦੇਖਣ ਜਿਸ 'ਚ ਅਸੀਂ 2023 ਦੇ ਪੇਪਰ ਸੋਲਵ ਕਰਾਏ ਆ। ਅਸੀਂ ਪੈਡੇਗੋਜੀ ਨੂੰ ਕਿਵੇਂ ਪੰਜਾਬੀ ਮਾਧਿਅਮ 'ਚ ਕਰਾ ਰਹੇ ਹਾਂ ਅਤੇ ਕਿਸ ਤਰੀਕੇ ਨਾਲ ਪੂਰੀ ਦੀ ਪੂਰੀ ਥਿਊਰੀ ਪੰਜਾਬੀ ਮਾਧਿਅਮ 'ਚ ਦੇਵਾਂਗੇ, ਇਹਦੀ ਜ਼ਿੰਮੇਵਾਰੀ ਸਾਡੀ ਆ, ਠੀਕ ਆ। ਜੇ ਅਸੀਂ ਇਹ ਰਿਸਪੋਂਸੀਬਿਲਿਟੀ ਉਹਨੂੰ ਫੜ ਲਈ ਆ ਇਹਨਾਂ ਪੇਪਰਾਂ ਦੀ, ਤਾਂ ਫਿਰ ਅਸੀਂ ਇਹਨੂੰ ਪੂਰਾ, ਜਿਹੜੇ ਕਈ ਅਜੇ ਅਸੀਂ ਸਾਰੇ ਮਾਸਟਰ ਕੈਡਰ ਨਹੀਂ, ਜਿਵੇਂ ਮਾਸਟਰ ਕੈਡਰ SST ਪੰਜਾਬੀ ਇਹ ਸ਼ੁਰੂ ਕਰ ਰਹੇ ਹਾਂ ਅਸੀਂ। SST ਸਾਡਾ ਬਹੁਤ ਵਧੀਆ ਚੱਲ ਰਿਹਾ, ਪੰਜਾਬੀ ਨੂੰ ਹੁਣ ਅਸੀਂ ਸ਼ੁਰੂ ਕਰ ਰਹੇ ਹਾਂ। ਲੈਕਚਰਾਰ ਜੋਗਰਾਫੀ, ਲੈਕਚਰਾਰ ਹਿਸਟਰੀ, ਬਸ ਇਹ ਆ ਕਿ ਜਿਹੜੀ ਚੀਜ਼ ਦੇਵਾਂਗੇ ਉਹ ਕੁਆਲਿਟੀ ਵਾਲੀ ਹੋਊਗੀ, ਬਸ ਇਸ ਗੱਲ ਦੀ ਪੂਰੀ ਜ਼ਿੰਮੇਵਾਰੀ ਆ, ਠੀਕ ਆ। ਤੀਜਾ ਕਰਨਾਟਕ ਯੁੱਧ ਆ ਜੋ ਹੁਣ। ਤੀਜੇ ਕਰਨਾਟਕ ਯੁੱਧ ਦੇ ਵਿੱਚ, ਤੀਜਾ ਕਰਨਾਟਕ ਯੁੱਧ ਹੋਇਆ ਕਿਉਂ? ਕਹਿੰਦੇ ਉਹੀ ਗੱਲ ਫਿਰ ਯਾਦ ਕਰੋ, ਪਿਓ ਲੜ ਪਏ ਅਤੇ ਜਵਾਕ ਲੜ ਪਏ। ਯੂਰਪ ਦੇ ਵਿੱਚ ਅੰਗਰੇਜ਼ ਅਤੇ ਫਰਾਂਸ ਫਿਰ ਲੜ ਪਿਆ। ਕਹਿੰਦੇ ਦੁਨੀਆ 'ਚ ਇਹਨਾਂ ਦੇ ਵਿੱਚ ਇੱਕ ਲੜਾਈ ਹੋਈ ਆ, ਉਹਨੂੰ ਕਹਿੰਦੇ 7 ਸਾਲਾ ਯੁੱਧ, 7 ਈਅਰ ਵਾਰ। ਇਹਨਾਂ ਦੋ ਦੇਸ਼ਾਂ 'ਚ ਇੱਕ 100 ਸਾਲਾ ਯੁੱਧ ਵੀ ਹੋਇਆ ਹੈ। ਵੈਸੇ ਹੀ ਦੱਸਿਆ ਤੁਹਾਨੂੰ, ਕਈ ਵਾਰੀ ਪੇਪਰ 'ਚ ਵੈਸੇ ਹੀ ਆ ਜਾਂਦਾ ਹੈ। 7 ਸਾਲਾ ਯੁੱਧ ਦੇ ਕਾਰਨ ਭਾਰਤ ਵਿੱਚ ਵੀ ਇਹ ਲੜਾਈ 1756 ਤੋਂ ਲੈ ਕੇ 63 ਤੱਕ ਚੱਲੀ ਆ, ਮੋਟੇ ਤੌਰ 'ਤੇ 58 'ਚ। ਗਦੀਹੂ ਦੂਜਾ ਜੰਗ ਹਾਰ ਗਿਆ ਸੀ, ਦੂਜੀ ਕਰਨਾਟਕ ਜੰਗ, ਉਹਨੂੰ ਵਾਪਸ ਭੇਜ ਕੇ ਲਾਲੀ ਨੂੰ ਅੰਗਰੇਜ਼ ਲੈ ਕੇ ਆਏ। ਸੋ ਲਾਲੀ ਇਸ ਲੜਾਈ ਦੇ ਵਿੱਚ ਅੰਗਰੇਜ਼ ਨਹੀਂ, ਫਰਾਂਸ ਵਾਲੇ, ਲਾਲੀ ਇਸ ਲੜਾਈ ਦੇ ਵਿੱਚ ਫਰੈਂਚ ਵੱਲੋਂ ਲੜਿਆ ਅਤੇ ਅੰਗਰੇਜ਼ਾਂ ਵੱਲੋਂ ਲੜਿਆ ਜਰਨਲ ਕੂਟੀ। ਮੇਨ ਜਿਹੜਾ ਬੰਦੇ ਦੀ ਅਧਿਅਕਸ਼ਤਾ ਦੇ ਵਿੱਚ ਲੜਾਈ ਲੜੀ ਗਈ, ਜਿਸ ਮੇਨ ਬੰਦੇ ਦੀ ਅਗਵਾਈ ਵਿੱਚ ਲੜਾਈ ਲੜੀ ਗਈ, ਉਹ ਸ਼ਖਸ ਤਾਂ ਸੀ ਕਲਾਈਵ, ਲਾਰਡ ਕਲਾਈਵ, ਜਿਹੜਾ ਅਫਸਰ ਸੀ। ਪਰ ਜਿਹੜੇ ਬੰਦੇ ਨੇ ਗਰਾਊਂਡ ਪੱਧਰ 'ਤੇ ਲੜਾਈ ਲੜੀ ਅੰਗਰੇਜ਼ਾਂ ਵੱਲੋਂ, ਉਹ ਸੀਗਾ ਜਰਨਲ ਕੂਟੀ। ਅਤੇ ਜਿੰਨੇ ਇੱਧਰੋਂ ਲੜਾਈ ਲੜੀ ਉਹ ਸੀ ਜਰਨਲ ਲੈਲੀ।
ਸੋ ਇਹਨਾਂ ਦੋਵਾਂ ਦੇ ਵਿੱਚ ਹੁਣ ਤੁਸੀਂ ਕਹੋਗੇ ਸਰ ਪਹਿਲੀ ਕਰਨਾਟਿਕ ਜੰਗ 'ਚ ਤੁਸੀਂ ਦੱਸਿਆ ਕਿ ਅੰਬੂਰ ਦੀ ਲੜਾਈ ਅਦਿਆਰ ਦੀ ਲੜਾਈ, ਜਿਹਨੂੰ ਤੁਸੀਂ ਸੈਂਟ ਥੋਮ ਦੀ ਲੜਾਈ ਵੀ ਕਹੇ ਆ, ਜਾਂ ਤੁਸੀਂ ਮਦਰਾਸ ਦੀ ਲੜਾਈ ਕਿਹਾ ਹੈ। ਦੂਜੀ ਕਰਨਾਟਿਕ ਜੰਗ 'ਚ ਤੁਸੀਂ ਦੱਸਿਆ ਅੰਬੂਰ ਦੀ ਲੜਾਈ। ਤੀਜੀ ਕਰਨਾਟਿਕ ਜੰਗ 'ਚ ਵੀ ਇੱਕ ਬਹੁਤ ਮਸ਼ਹੂਰ ਲੜਾਈ ਹੋਈ ਆ, ਵੰਡੀ ਵਾਸ਼ ਦੀ ਲੜਾਈ 1760 'ਚ। ਉਸ ਲੜਾਈ 'ਚ ਟਰਨਿੰਗ ਪੁਆਇੰਟ ਆਇਆ। ਪਹਿਲਾਂ ਫਰਾਂਸ ਵਾਲੇ ਉਹ ਲੜਾਈ ਜਿੱਤ ਰਹੇ ਸੀ, ਉਸ ਤੋਂ ਬਾਅਦ ਫਰਾਂਸ ਵਾਲੇ ਉਹ ਲੜਾਈ ਹਾਰਨ ਲੱਗ ਪਏ। ਸਭ ਤੋਂ ਇਤਿਹਾਸਕ ਜੰਗ ਇਸ ਲੜਾਈ ਦੇ ਵਿੱਚ ਵੰਡੀ ਵਾਸ਼ ਦੀ, ਇਹ 7 ਸਾਲਾ ਲੜਾਈ ਦਾ ਹਿੱਸਾ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਵੱਲੋਂ ਜਰਨਲ ਕੂਟੀ ਤੇ ਕਰਨਲ ਫੋਰਡ ਤੇ ਫਰਾਂਸ ਵਾਲਿਆਂ ਵੱਲੋਂ ਲਾਲੀ ਤੇ ਬੁਸ਼ੀ, ਇਹ 2 ਜਾਣੇ ਲੜੇ ਆ। ਵੈਸੇ ਕੂਟੀ ਤੇ ਲਾਲੀ ਦਾ ਨਾਮ ਜ਼ਿਆਦਾ ਮਸ਼ਹੂਰ ਆ, ਬਹੁਤ ਇੰਪੋਰਟੈਂਟ ਗੱਲ ਆ। ਕਹਿੰਦੇ ਇਸ ਲੜਾਈ 'ਚ ਅੰਗਰੇਜ਼ ਭਾਰਤ 'ਚ ਜਿੱਤ ਗਏ ਤੇ ਫਰਾਂਸ ਵਾਲਿਆਂ ਦਾ ਭਾਰਤ 'ਚ ਇਸ ਕਰਨਾਟਿਕ ਦੀ ਜੰਗ ਤੋਂ ਬਾਅਦ, ਇਸ ਤੀਜੀ ਕਰਨਾਟਿਕ ਜੰਗ ਤੋਂ ਬਾਅਦ ਸਮਝੌਤਾ ਹੋਇਆ, ਪੈਰਿਸ ਦਾ ਸਮਝੌਤਾ। ਜਰਨਲ ਕੂਟੀ ਨੇ ਲਾਲੀ ਦੀ ਫੌਜ ਨੂੰ ਹਰਾਤਾ ਤੇ ਫਾਈਨਲੀ ਅੰਗਰੇਜ਼ਾਂ ਨੇ ਉਹਨਾਂ ਨੂੰ ਕਹਿਤਾ ਕਿ ਇੱਕ ਯਨਮ, ਇੱਕ ਪੁਡੂਚੇਰੀ ਤੇ ਇੱਕ ਕਰੀਕਾਲ ਤੇ ਇੱਕ ਮਾਹੇ, ਬਸ ਯਨਮ, ਪੁਡੂਚੇਰੀ, ਕਰੀਕਾਲ ਤੇ ਮਾਹੇ, ਆ 4 ਸ਼ਹਿਰ ਜਿਹੜੇ ਆ ਇਹ ਅਸੀਂ ਤੁਹਾਨੂੰ ਦਿੱਤੇ। ਨਾ ਤੁਸੀਂ ਭਾਰਤ 'ਚ ਫੌਜ ਰੱਖ ਸਕਦੇ ਹੋ। ਭਾਰਤ ਦੇ ਵਿੱਚ ਫਰਾਂਸ ਵਾਲਿਆਂ ਦੀ ਵੀ 1763 'ਚ ਤੀਜੀ ਕਰਨਾਟਿਕ ਜੰਗ ਤੋਂ ਬਾਅਦ ਪੈਰਿਸ ਦੇ ਸਮਝੌਤੇ ਨਾਲ ਕਮਰ ਟੁੱਟ ਗਈ ਤੇ ਭਾਰਤ 'ਚ ਫਰਾਂਸ ਵਾਲੇ ਜਿਹੜੇ ਸੀਗੇ ਉਹ ਵੀ ਖਤਮ ਹੋ ਗਏ। ਮੈਂ ਤੁਹਾਨੂੰ ਪੂਰੀ ਸਟੋਰੀ ਦੱਸਦੀ, ਪਰ ਫਰਾਂਸ ਵਾਲੇ ਭਾਰਤ 'ਚੋਂ ਅਲਟੀਮੇਟਲੀ ਗਏ ਅੰਗਰੇਜ਼ਾਂ ਤੋਂ ਵੀ ਬਾਅਦ ਇਹਨਾਂ 4 ਇਲਾਕਿਆਂ ਨੂੰ ਛੱਡ ਕੇ, ਤੇ ਉਹ ਗਏ ਆ 1954 ਦੇ ਵਿੱਚ, 1954 'ਚ। ਹੁਣ ਤੁਹਾਨੂੰ ਸਾਰੀਆਂ ਸਟੋਰੀਆਂ ਸਮਝ ਆ ਗਈਆਂ ਕਿ ਪੁਰਤਗਾਲੀ, ਬ੍ਰਿਟਿਸ਼ ਜਾਣੀ ਕਿ ਅੰਗਰੇਜ਼, ਡੱਚ, ਡੇਨਜ਼ ਤੇ ਫਰਾਂਸੀਸੀ, ਇਹ 5 ਤਾਕਤਾਂ ਇਸ ਕਰਮ 'ਚ ਆਈਆਂ ਹੈ। ਤੇ ਜਾਣ ਦਾ ਕਰਮ ਸਭ ਤੋਂ ਪਹਿਲਾਂ ਪੁਰਤਗਾਲੀ, ਫਿਰ ਡੱਚ, ਫਿਰ ਡੇਨਜ਼, ਫਿਰ ਅੰਗਰੇਜ਼, ਫਿਰ ਫਰੈਂਚ ਤੇ ਫਿਰ ਜਾਣ 'ਚ ਸਭ ਤੋਂ ਪਹਿਲਾਂ ਡੱਚ, ਫਿਰ ਡੇਨਜ਼, ਫਿਰ ਅੰਗਰੇਜ਼, ਫਿਰ ਫਰੈਂਚ, ਫਿਰ ਪੁਰਤਗਾਲੀ। 1961, ਫਰੈਂਚ 1954, ਅੰਗਰੇਜ਼ 1947, ਡੈਨਮਾਰਕ ਦੇ ਡੇਨਜ਼ 1869 ਤੇ ਡੱਚ ਵਾਲੇ 1800 'ਚ ਗਏ ਆ। ਆਉਣ ਦਾ ਕਰਮ ਮੈਂ ਤੁਹਾਨੂੰ ਕਿੰਨੀ ਵਾਰ ਦੱਸਦਾ, ਇਹਨਾਂ ਦੀਆਂ ਮੇਨ ਫੈਕਟਰੀਆਂ ਕਿੱਥੇ ਕਿੱਥੇ ਸੀ, ਇਹਨਾਂ ਦਾ ਹੈੱਡਕੁਆਟਰ ਕਿੱਥੇ ਸੀ, ਇਹ ਆਏ ਕਦੋਂ, ਇਹ ਗਏ ਕਦੋਂ, ਕੀ ਕਹਾਣੀ ਆ। ਜੇ ਹੁਣ ਵੀ ਤੁਸੀਂ ਉਲਝ ਗਏ ਨਾ ਫੇਰ ਮਾੜੀ ਗੱਲ ਆ। ਸੋ ਇਹ ਜਿਹੜਾ ਸੀਗਾ ਤੀਜਾ ਕਰਨਾਟਿਕ ਯੁੱਧ ਜਿਹੜਾ ਸੀਗਾ ਪੈਰਿਸ ਦੀ ਸੰਧੀ ਨਾਲ ਖਤਮ ਹੋਇਆ ਤੇ ਫਰਾਂਸ ਕੋਲ ਸਿਰਫ ਭਾਰਤ 'ਚ 4 ਇਲਾਕੇ ਰਹਿ ਗਏ, ਯਨਮ, ਪੁਡੂਚੇਰੀ, ਕਰਕਾਲ ਤੇ ਮਾਹੇ। ਪੰਜਾਬੀ 'ਚ ਇਹਨਾਂ ਨੂੰ ਆਪਣੇ ਆਪ ਲਿਖ ਲਿਓ। ਪਹਿਲੀ ਕਰਨਾਟਿਕ ਜੰਗ, ਦੂਜੀ ਕਰਨਾਟਿਕ ਜੰਗ, ਤੀਜੀ ਕਰਨਾਟਿਕ ਜੰਗ। ਪਹਿਲੀ ਕਰਨਾਟਿਕ ਜੰਗ 'ਚ ਜਿਹੜੀ ਇਤਿਹਾਸਕ ਲੜਾਈ ਲੜੀ ਗਈ ਆ, ਬੈਟਲ ਆਫ ਅਦਿਆਰ ਦੀ ਜੰਗ, ਅਦਿਆਰ ਉੱਥੇ ਨਦੀ ਆ। ਦੂਜੀ ਦੇ ਬੈਟਲ ਆਫ ਅੰਬੂਰ ਦੀ ਜੰਗ, ਤੇ ਤੀਜੀ ਦੇ ਵਿੱਚ ਵੰਡੀ ਵਾਸ਼ ਦੀ ਲੜਾਈ। ਇਹ 3 ਲੜਾਈਆਂ ਵਕਤ ਦੇ ਨਾਲ ਨਾਲ ਇਹਨਾਂ ਤਿੰਨਾਂ ਦੇ ਵਿੱਚ ਹੋਈਆਂ। ਇਹ 1746 'ਚ ਹੋਈ ਸੀ ਲੜਾਈ, ਇਹ 1749 'ਚ, ਤੇ ਇਹਦੀ ਜਿਹੜੀ ਮਹੱਤਵਪੂਰਨ ਲੜਾਈ ਹੈ 1760 'ਚ ਹੋਈ ਸੀ। ਸੋ ਇਸ ਤਰੀਕੇ ਨਾਲ ਇਹ ਲੜਾਈਆਂ ਦਾ ਇਤਿਹਾਸ ਸਾਨੂੰ ਸਮਝ ਆਉਣਾ ਚਾਹੀਦਾ ਹੈ। ਉਮੀਦ ਕਰਦਾ ਕਿ ਇਹ ਕਹਾਣੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਇਸ ਤੋਂ ਬਾਅਦ ਹੁਣ ਮੈਂ ਪੜ੍ਹਾਉਣਾ ਸ਼ੁਰੂ ਕਰੂੰਗਾ ਤੁਹਾਨੂੰ ਨਾਲ ਦੀ ਨਾਲ ਹੀ ਇਸ ਤੋਂ ਅੱਗੇ ਭਾਰਤ 'ਚ ਅੰਗਰੇਜ਼, ਕਿਉਂਕਿ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਅੰਗਰੇਜ਼ ਭਾਰਤ 'ਚ ਕਿਵੇਂ ਆਏ ਆ। ਤੁਸੀਂ ਕਹੋਗੇ ਸਰ ਜੇ ਆਏ ਦੂਜੇ ਨੰਬਰ 'ਤੇ ਆ, ਸਭ ਤੋਂ ਮਹੱਤਵਪੂਰਨ ਆ, ਇਸ ਕਰਕੇ ਸਭ ਤੋਂ ਲਾਸਟ 'ਚ ਪੜ੍ਹਾ ਰਿਹਾ ਮੈਂ। ਅੰਗਰੇਜ਼ ਭਾਰਤ 'ਚ ਕਦੋਂ ਆਏ? ਕਹਿੰਦੇ ਅੰਗਰੇਜ਼ਾਂ ਨੂੰ ਪਰਮਿਸ਼ਨ, ਦੇਖੋ ਅਸਲ ਦੇ ਵਿੱਚ ਨਾ ਸਭ ਤੋਂ ਪਹਿਲਾਂ ਅੰਗਰੇਜ਼ ਭਾਰਤ 'ਚ ਤਕਰੀਬਨ 1599 'ਚ ਆਇਆ ਸੀ, ਪੁਰਤਗਾਲੀਆਂ ਤੋਂ 100 ਸਾਲ ਬਾਅਦ। ਜੌਨ ਮਿਡਨਹਲ ਭਾਰਤ 'ਚ ਉਸ ਟਾਈਮ ਅਕਬਰ ਰਾਜਾ ਸੀ, ਉਹਦੇ ਦਰਬਾਰ 'ਚ, ਪਰ ਉਹ ਇੰਗਲੈਂਡ 'ਚ ਕਿਸੇ ਰਾਜੇ ਤੋਂ ਲਿਖੂ ਕੇ ਨਹੀਂ ਸੀ ਆਇਆ, ਇਸ ਕਰਕੇ ਉਹਨੂੰ ਬਾਹਲੀ ਅਹਿਮੀਅਤ ਨਹੀਂ ਮਿਲੀ। ਫਿਰ ਉਸ ਤੋਂ ਬਾਅਦ ਭਾਰਤ ਦੇ ਵਿੱਚ ਆਇਆ ਸੀ ਵਿਲੀਅਮ ਹੌਕਿੰਸ 1608 'ਚ, ਤੇ ਭਾਰਤ 'ਚ ਔਰੰਗਜ਼ੇਬ ਦਾ ਰਾਜ ਸੀ, ਜਹਾਂਗੀਰ ਦਾ ਰਾਜ ਸੀ ਉਹਦੇ ਮੁੰਡੇ ਦਾ। ਉਹਨੇ ਆ ਕੇ ਮਾੜੀ ਮੋਟੀ ਵਪਾਰ ਕਰਨ ਦੀ ਪਰਮਿਸ਼ਨ ਲਈ ਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਗੁਜਰਾਤ ਵਾਲੇ ਪਾਸੇ, ਸੂਰਤ ਵਾਲੇ ਪਾਸੇ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਤੇ ਕਿਹਾ ਕਿ ਪੁੱਤ ਫੈਕਟਰੀ ਨਹੀਂ ਲਾਉਣੀ ਤੁਸੀਂ ਹਜੇ, ਪੁਰਾਣਿਆਂ ਬਸ ਐਂ ਹੀ ਚੱਲੂਗਾ। 1612 'ਚੋਂ ਵਿਚਾਰੇ ਮਾੜਾ ਮੋਟਾ ਜਿਹਾ ਕੰਮ ਕਰ ਰਹੇ ਸੀਗੇ। ਪੁਰਤਗਾਲੀ ਜਿਨ੍ਹਾਂ ਨੂੰ ਆਇਆਂ ਨੂੰ 100 ਸਾਲ ਹੋਏ ਸੀ, ਉਹਨਾਂ ਨੇ ਚੱਕ ਕੇ ਇਹਨਾਂ 'ਤੇ ਹਮਲਾ ਕਰਤਾ। ਮਾੜਾ ਜਿਹਾ ਕੰਮ ਵੀ ਇਹਨਾਂ ਦਾ ਬਰਦਾਸ਼ਤ ਨਹੀਂ ਸੀ ਉਹਨਾਂ ਨੂੰ। ਜਦੋਂ ਉਹਨਾਂ ਨੇ ਚੱਕ ਕੇ ਹਮਲਾ ਕੀਤਾ 1612 ਦੇ ਵਿੱਚ ਸੂਰਤ ਦੇ ਨੇੜੇ ਸਵਾਲੀ ਪਿੰਡ 'ਚ, ਅੰਗਰੇਜ਼ਾਂ ਦਾ ਉੱਥੇ ਮੌਕੇ ਦਾ ਅਫਸਰ ਸੀ ਥੋਮਸ ਬੈਸਟ, ਉਹਦੇ ਕੋਲ ਸਮੁੰਦਰੀ ਜਹਾਜ਼ ਸੀ ਡਰੈਗਨ। ਅਗਲੇ ਨੇ ਪਾਤਾ ਖਲਾਰਾ। ਸਵਾਲੀ ਜਾਂ ਸੂਰਤ ਦੀ ਕਹੀ ਜਾਣ ਵਾਲੀ ਇਸ ਜੰਗ 'ਚ ਅੰਗਰੇਜ਼ਾਂ ਨੇ ਪੁਰਤਗਾਲੀ 100 ਸਾਲ ਪੁਰਾਣੀ ਤਾਕਤ ਹਰਾਤੀ।
ਜਹਾਂਗੀਰ ਬੜਾ ਖੁਸ਼ ਹੋਇਆ ਕਿ ਯਾਰ ਇਹ ਸਾਡੇ ਆਉਣ ਤੋਂ ਵੀ ਪਹਿਲਾਂ ਦੇ ਬੈਠੇ ਸੀ ਪੁਰਤਗਾਲੀ ਇੱਥੇ। ਮੁਗਲ ਤਾਂ 1526 'ਚ ਆਏ ਆ ਅਤੇ ਪੁਰਤਗਾਲੀ ਭਾਰਤ 1498 'ਚ। ਕਹਿੰਦਾ ਇਹਨਾਂ ਨੂੰ ਲਤਾੜਨ ਵਾਲਾ ਇੱਕ ਬੰਦਾ ਟੱਕਰ ਗਿਆ। ਉਹਨਾਂ ਨੇ ਚੱਕ ਕੇ ਅੰਗਰੇਜ਼ਾਂ ਨੂੰ ਸ਼ਹਿ ਦੇਤੀ। 1613 'ਚ ਅੰਗਰੇਜ਼ਾਂ ਦੀ 9 ਜਨਵਰੀ ਨੂੰ ਪਹਿਲੀ ਫੈਕਟਰੀ ਸੂਰਤ 'ਚ ਖਿਲਾਤੀ ਮੁਗਲਾਂ ਨੇ। ਇਸ ਤਰੀਕੇ ਨਾਲ ਉਹਨਾਂ ਦੀ ਪਹਿਲੀ ਫੈਕਟਰੀ ਖੁੱਲ੍ਹੀ ਆ ਸੂਰਤ ਦੇ ਵਿੱਚ। ਖੈਰ ਉਸ ਤੋਂ ਬਾਅਦ ਅਤੇ ਇਹ ਆਏ ਕਦੋਂ ਸੀ? ਦੇਖੋ ਜਦੋਂ 1599 ਦੇ ਵਿੱਚ ਤੁਹਾਨੂੰ ਜੌਨ ਮਿਡਨਹਲ ਭਾਰਤ ਆਇਆ ਸੀ ਅਤੇ ਪਰਮਿਸ਼ਨ ਨਹੀਂ ਸੀ ਮਿਲੀ, ਫਿਰ ਇਹ ਭਾਰਤ 'ਚ ਆਏ ਕਿਵੇਂ? ਇਹ ਜਿਹੜਾ ਦੂਜੇ ਨੰਬਰ 'ਤੇ ਬੰਦਾ 1608 'ਚ ਭਾਰਤ ਆਇਆ ਸੀ ਜਿਹਦਾ ਨਾਮ ਵਿਲੀਅਮ ਹੌਕਿੰਸ ਸੀ, ਉਹ ਇੰਗਲੈਂਡ ਦੀ ਰਾਣੀ ਐਲਿਜ਼ਾਬੈਥ ਤੋਂ 31 ਦਸੰਬਰ 1600 ਨੂੰ, ਕਦੋਂ? 31 ਦਸੰਬਰ 1600 ਨੂੰ ਲਿਖਵਾ ਕੇ ਲੈ ਕੇ ਆਇਆ ਸੀ ਕਿ ਰਾਣੀ ਸਾਹਿਬਾ ਮੈਂ ਇੰਡੀਆ ਜਾ ਰਿਹਾ। ਫਿਰ ਉਹ ਵਿਲੀਅਮ ਹੌਕਿੰਸ 1608 ਭਾਰਤ ਪਹੁੰਚਦਾ ਹੈ ਅਤੇ ਫੈਕਟਰੀ ਬਣਾਉਣ ਦੀ ਪਰਮਿਸ਼ਨ ਨਹੀਂ ਮਿਲਦੀ ਉਹਨੂੰ ਜਸਟ ਵਿਲੀਅਮ ਹੌਕਿੰਸ ਨੂੰ ਭਾਰਤ 'ਚ ਵਪਾਰ ਕਰਨ ਦੀ ਪਰਮਿਸ਼ਨ ਮਿਲਦੀ ਹੈ ਬਸ ਇਕੱਲੀ। ਅਤੇ 1612 ਦੇ ਵਿੱਚ ਸਵਾਲੀ ਦੀ ਲੜਾਈ 'ਚ ਥੋਮਸ ਬੈਸਟ ਨਾਮ ਦਾ ਅਫਸਰ ਸੀਗਾ। ਸਵਾਲੀ ਦੀ ਲੜਾਈ 'ਚ ਥੋਮਸ ਬੈਸਟ ਨਾਮ ਦਾ ਅਫਸਰ ਸੀਗਾ ਜਿਹਨੇ ਅੰਗਰੇਜ਼ਾਂ ਨੂੰ ਪੂਰੀ ਧੱਕੇ ਨਾਲ ਜਲੂਸ ਕੱਢਿਆ। ਅਤੇ 1613 ਦੀ 9 ਜਨਵਰੀ ਨੂੰ ਅੰਗਰੇਜ਼ਾਂ ਦੀ ਪਹਿਲੀ ਫੈਕਟਰੀ ਜਿਹੜੀ ਆ ਸੂਰਤ 'ਚ ਸਥਾਪਿਤ ਹੋ ਜਾਂਦੀ ਹੈ। ਫਿਰ ਇਸੇ ਚੱਕਰ 'ਚ ਸੋ ਕਹਾਣੀ ਸਮਝ ਆ ਰਹੀ ਹੈ ਸਾਰੀ ਕਿ ਅੰਗਰੇਜ਼ ਭਾਰਤ 'ਚ ਕਿਵੇਂ ਸਥਾਪਿਤ ਹੁੰਦੇ ਆ। ਸੋ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸਭ ਤੋਂ ਤਗੜੀ ਤਾਕਤ ਹਰਾਈ ਇਸ ਟਾਈਮ। ਫਿਰ ਉਸ ਟਾਈਮ ਇੰਗਲੈਂਡ ਦੀ ਰਾਣੀ ਬਦਲ ਕੇ ਉੱਥੇ ਕਿੰਗ ਜੇਮਸ ਨਾਮ ਦਾ ਰਾਜਾ ਆ ਚੁੱਕਿਆ ਸੀ। ਉਹਨੇ ਪਰਮਿਸ਼ਨ ਦੇ ਕੇ ਫਿਰ ਇੱਕ ਹੋਰ ਬੰਦਾ ਭਾਰਤ ਭੇਜਿਆ ਜਹਾਂਗੀਰ ਦੇ ਦਰਬਾਰ 'ਚ, ਥੋਮਸ ਰੋਏ। ਬੈਸਟ ਨਹੀਂ, ਬੈਸਟ ਤਾਂ ਲੜਾਈ 'ਚ ਸੀ, ਸਵਾਲੀ ਦੀ ਲੜਾਈ ਦਾ ਅਫਸਰ ਸੀਗਾ ਥੋਮਸ ਰੋਏ। ਫਿਰ ਉਹਨੇ ਭਾਰਤ 'ਚ ਆਗਰੇ, ਅਹਿਮਦਾਬਾਦ, ਬਰੋਚ ਕਈ ਜਗ੍ਹਾ 'ਤੇ ਫੈਕਟਰੀਆਂ ਲਾਉਣ ਦੀ ਪਰਮਿਸ਼ਨ ਲਈ। 1632 'ਚ ਅੰਗਰੇਜ਼ਾਂ ਨੇ ਆਪਣੇ ਕੰਮ ਨੂੰ ਹੋਰ ਵਧਾ ਲਿਆ ਅਤੇ ਗੋਲਕੁੰਡਾ ਵਾਲੇ ਪਾਸੇ ਥੱਲੇ ਭਾਰਤ 'ਚ ਦੱਖਣ ਵਾਲੇ ਪਾਸੇ ਫੈਕਟਰੀਆਂ ਲਾਉਣ ਦੀ ਪਰਮਿਸ਼ਨ ਮਿਲ ਗਈ। 1633 'ਚ ਆ ਕੇ ਅੰਗਰੇਜ਼ ਪੂਰਬ ਵਾਲੇ ਪਾਸੇ ਵੀ ਪਹੁੰਚ ਗਏ। ਅੰਗਰੇਜ਼ਾਂ ਦੀ ਪੂਰਬ 'ਚ ਪਹਿਲੀ ਫੈਕਟਰੀ ਜਿਹੜੀ ਹੈ ਨਾ ਉਹ ਬੜੀ ਮਹੱਤਵਪੂਰਨ ਆ, ਬਲਾਸੋਰ 'ਚ ਲੱਗਦੀ ਹੈ ਪਹਿਲੀ ਪੂਰਬੀ ਫੈਕਟਰੀ। ਓਵਰਆਲ ਪਹਿਲੀ ਫੈਕਟਰੀ ਸੂਰਤ 'ਚ, ਪਹਿਲੀ ਪੂਰਬੀ ਫੈਕਟਰੀ 1633 'ਚ। ਫਿਰ 1639 'ਚ ਕਰਨਾਟਕ ਦੇ ਇਲਾਕੇ 'ਚ ਚੰਦਨਗਿਰੀ ਦਾ ਰਾਜਾ ਸੀਗਾ, ਉਹ ਇਹਨਾਂ ਨੂੰ ਮਦਰਾਸ ਦੇ ਪੂਰਬੀ ਤੱਟ 'ਤੇ ਫੈਕਟਰੀ ਲਾਉਣ ਦੀ ਪਹਿਲੀ ਦੱਖਣੀ ਫੈਕਟਰੀ ਜਿਹੜੀ ਆ ਉਹ ਅੰਗਰੇਜ਼ ਇਸ ਤਰੀਕੇ ਨਾਲ ਲਾਉਂਦੇ ਆ। ਫਿਰ ਹੁਗਲੀ 'ਚ ਜਾਂਦੇ ਆ, ਹੁਗਲੀ ਮਤਲਬ ਬੰਗਾਲ ਵਾਲੇ ਪਾਸੇ ਨੂੰ ਐਕਸਪੈਂਡ ਕਰਦੇ ਆ। ਫਿਰ ਇੱਕ ਰੌਲਾ ਯਾਰ ਅੰਗਰੇਜ਼ਾਂ ਤੱਕ ਨੂੰ ਬੰਬੇ ਕਿਵੇਂ ਮਿਲਿਆ? ਬੰਬੇ ਤਾਂ ਪਹਿਲਾਂ ਹੀ ਪੁਰਤਗਾਲੀਆਂ ਕੋਲ ਸੀਗਾ। ਅਸਲ 'ਚ ਯੂਰਪ ਦੇ ਵਿੱਚ ਪੁਰਤਗਾਲ ਦੇ ਰਾਜਕੁਮਾਰ ਅਤੇ ਇੰਗਲੈਂਡ ਦੀ ਰਾਜਕੁਮਾਰੀ ਦਾ ਵਿਆਹ ਹੋਇਆ। ਪੁਰਤਗਾਲ ਦੇ ਇੰਗਲੈਂਡ ਦੇ ਰਾਜਕੁਮਾਰ ਅਤੇ ਪੁਰਤਗਾਲੀਆਂ ਦੀ ਰਾਜਕੁਮਾਰੀ 'ਚ ਵਿਆਹ ਹੋਇਆ। ਇੰਗਲੈਂਡ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਨੂੰ, ਚਾਰਲਸ ਦੂਜਾ ਉਹਦਾ ਨਾਮ ਸੀ, ਉਹਨੂੰ ਪੁਰਤਗਾਲੀਆਂ ਵੱਲੋਂ ਦਾਜ 'ਚ ਮਿਲਿਆ ਬੰਬੇ। ਹੁਣ ਇੱਕ ਰਾਜੇ ਨੇ ਬੰਬੇ ਕੀ ਕਰਨਾ ਸੀਗਾ? ਉਹਨੇ ਆਪਣੀ ਈਸਟ ਇੰਡੀਆ ਕੰਪਨੀ ਨੂੰ ਪੁੱਛਿਆ, ਪ੍ਰਾਈਵੇਟ ਕੰਪਨੀ ਨੂੰ, ਕਿ ਤੁਸੀਂ ਇੰਡੀਆ 'ਚ ਕੰਮਕਾਰ ਕਰ ਰਹੇ ਹੋ, ਤੁਹਾਨੂੰ ਉੱਥੇ ਬੰਬੇ ਤਾਂ ਨਹੀਂ ਚਾਹੀਦਾ? ਕਹਿੰਦੇ ਚਾਹੀਦਾ ਹੈ। ਉਹਨੇ ਲੀਜ਼ 'ਤੇ ਦੇਤਾ। ਸੋ ਇਸ ਤਰੀਕੇ ਨਾਲ 1663 ਤੋਂ ਬਾਅਦ ਜਿਹੜਾ ਬੰਬੇ ਸੀਗਾ ਉਹ ਵੀ ਅੰਗਰੇਜ਼ਾਂ ਕੋਲ ਪਹੁੰਚ ਗਿਆ। ਸੋ ਇਸ ਤਰੀਕੇ ਨਾਲ 1600 ਦੇ ਨੇੜੇ ਤੇੜੇ ਅੰਗਰੇਜ਼ ਭਾਰਤ 'ਚ ਆਪਣੇ ਆਪ ਨੂੰ ਕਿਵੇਂ ਵਧਾ ਰਹੇ ਆ। 1691 ਵਿੱਚ 1691 ਆਉਂਦੇ ਅੰਗਰੇਜ਼ਾਂ ਨੇ ਬੰਗਾਲ ਦੇ ਵਿੱਚ 1690 ਤੋਂ ਬਾਅਦ ਬੰਗਾਲ ਦੇ ਵਿੱਚ ਇੱਕ ਬੰਦਾ ਐਕਟਿਵ ਹੋ ਗਿਆ, ਮੀਰ ਕਾਸਮ। ਮੁਗਲਾਂ ਦਾ ਰਾਜ ਆ, ਔਰੰਗਜ਼ੇਬ ਰਾਜਾ ਹੈ, ਸਭ ਨੂੰ ਪਤਾ ਹੈ ਕਿਉਂਕਿ ਤੁਸੀਂ ਰਾਜਿਆਂ ਬਾਰੇ ਸਾਰਿਆਂ ਬਾਰੇ ਪੜ੍ਹ ਲਿਆ। ਬਾਬਰ 1526 ਤੋਂ ਲੈ ਕੇ 30 ਤੱਕ, ਹਮਾਯੂ 1530 ਤੋਂ ਲੈ ਕੇ 40 ਅਤੇ ਫਿਰ 55 ਤੋਂ 56, ਅਕਬਰ 1556 ਤੋਂ ਲੈ ਕੇ 1604, ਜਹਾਂਗੀਰ 1604 ਤੋਂ 1628, ਸ਼ਾਹਜਹਾਨ 1628 ਤੋਂ 1656, ਔਰੰਗਜ਼ੇਬ 1656 ਤੋਂ 1707। ਔਰੰਗਜ਼ੇਬ ਦੇ ਕਾਰਜਕਾਲ ਦੇ ਦੌਰਾਨ ਮੀਰ ਕਾਸਮ ਜਿਹੜਾ ਸੀਗਾ, ਮੁਰਸ਼ਿਦ ਕੁਲੀ ਖਾਨ, ਮੀਰ ਕਾਸਮ ਨਹੀਂ, ਮੁਰਸ਼ਿਦ ਕੁਲੀ ਖਾਨ ਬੰਗਾਲ ਦੇ ਵਿੱਚ ਐਕਟਿਵ ਬੰਦਾ ਸੀਗਾ। ਸੋ ਉਹਦੇ ਨਾਲ ਜਦੋਂ ਅੰਗਰੇਜ਼ਾਂ ਦੇ ਸੰਬੰਧ ਖਰਾਬ ਹੋਏ ਤਾਂ ਅੰਗਰੇਜ਼ਾਂ ਨੇ ਕੀ ਕੀਤਾ, 2-3 ਪਿੰਡ ਉੱਥੇ ਖਰੀਦ ਲਏ, ਸਨੂਤੀ, ਗੋਬਿੰਦਪੁਰਾ ਅਤੇ ਕਾਲੀਕਤ। ਉੱਥੇ ਸ਼ਹਿਰ ਵਸਾਉਣਾ ਸ਼ੁਰੂ ਕਰਤਾ ਅਤੇ 1699-1700 ਤੱਕ ਪਹੁੰਚਦੇ ਅੰਗਰੇਜ਼ਾਂ ਨੇ ਕਲਕੱਤਾ ਸ਼ਹਿਰ ਵਸਾਤਾ। ਅੰਗਰੇਜ਼ਾਂ ਨੇ ਕਲਕੱਤਾ ਸ਼ਹਿਰ 1700 ਤੱਕ ਪਹੁੰਚਦੇ ਵਸਾ ਲਿਆ ਸੀਗਾ। ਇਹ ਅੰਗਰੇਜ਼ਾਂ ਦੀ ਗੱਲਬਾਤ ਆ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਇਹ ਗੱਲ, ਠੀਕ ਆ। ਸੋ
ਖੈਰ ਆ 1700 ਤੱਕ ਜਾਂਦੇ ਜਾਂਦੇ ਅੰਗਰੇਜ਼ਾਂ ਨੇ ਕਲਕੱਤਾ ਸ਼ਹਿਰ ਵਸਾਤਾ। ਸਭ ਤੋਂ ਇਤਿਹਾਸਕ ਫੈਸਲਾ ਹੋਇਆ 1717 'ਚ। ਪੁਰਾਣੀ ਗੱਲ ਨਾਲ ਜੋੜ ਕੇ ਦੇਖੋਗੇ ਤਾਂ ਸਮਝ ਆਊਗੀ। ਫਾਰੂਕ ਸਿਆਰ ਭਾਰਤ ਦਾ ਰਾਜਾ ਸੀ। ਫਾਰੂਕ ਸਿਆਰ ਦੀ ਆਪਣੇ ਗਵਰਨਰਾਂ ਨਾਲ ਨਹੀਂ ਸੀ ਬਣਦੀ। ਫਾਰੂਕ ਸਿਆਰ ਨੇ ਅੰਗਰੇਜ਼ਾਂ ਨੂੰ ਭਾਰਤ 'ਚ ਕਈ ਜਗ੍ਹਾ ਵਪਾਰ ਕਰਨ ਦੀ ਇਜਾਜ਼ਤ ਦੇਤੀ ਫ੍ਰੀ। ਬਾਕੀ ਕੰਪਨੀਆਂ ਨੂੰ ਨਹੀਂ ਦਿੱਤੀ, ਸਿਰਫ ਅੰਗਰੇਜ਼ਾਂ ਨੂੰ। ਕਿੱਥੇ ਬੰਗਾਲ ਬੰਗੂਲ, ਉਹਨੂੰ ਅੰਗਰੇਜ਼ਾਂ ਨੇ ਆਪਣਾ ਮੈਗਨਾ ਕਾਰਟਾ ਦੱਸਿਆ। ਇਹੋ ਜਿਹਾ ਫਰਮਾਨ ਸੀ ਕਿ ਅੰਗਰੇਜ਼ਾਂ ਦੀ ਭਾਰਤ 'ਚ ਇਸੇ ਫਰਮਾਨ ਤੋਂ ਬਾਅਦ ਤਾਕਤ ਵਧੀ ਆ। ਸੋ ਇਸ ਫਰਮਾਨ ਨੇ ਮੁਗਲਾਂ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਰਾਹ ਜਿਹੜਾ ਸੀਗਾ ਉਹ ਪੱਕਾ ਕਰਤਾ ਹੁਣ 1717 ਦੇ ਵਿੱਚ। 1717 ਤੋਂ ਬਾਅਦ ਜਦੋਂ ਅੰਗਰੇਜ਼ਾਂ ਕੋਲ ਇੰਨਾ ਪੈਸਾ ਆ ਗਿਆ, ਮੈਂ ਤੁਹਾਨੂੰ ਦੱਸਿਆ ਕਿ ਫਰਾਂਸ ਦੀ ਕੰਪਨੀ ਸਰਕਾਰੀ ਕੰਪਨੀ ਸੀ। ਫਰਾਂਸ 'ਚੋਂ ਸਿੱਧਾ ਪੈਸਾ ਆਉਂਦਾ ਸੀ ਕਰਨਾਟਿਕ ਯੁੱਧਾਂ ਲਈ। 1740 ਤੋਂ ਲੈ ਕੇ 1763 ਤੱਕ 3 ਕਰਨਾਟਿਕ ਯੁੱਧ ਹੋਏ ਆ। ਅੰਗਰੇਜ਼ਾਂ ਕੋਲ ਪ੍ਰਾਈਵੇਟ ਕੰਪਨੀ ਹੋਣ ਦੇ ਨਾਤੇ ਪੈਸਾ ਕਿੱਥੋਂ ਆਇਆ? ਕਿਉਂਕਿ ਅੰਗਰੇਜ਼ਾਂ ਨੇ ਇਸ ਫਰਮਾਨ ਤੋਂ ਪੈਸਾ ਹੀ ਬਹੁਤ ਕਮਾਇਆ। ਜਿਹੜੇ ਇਲਾਕਿਆਂ 'ਚ ਬੰਗਾਲ, ਹੈਦਰਾਬਾਦ ਅਤੇ ਹੋਰ ਇਲਾਕਿਆਂ 'ਚ ਗੁਜਰਾਤ ਦੇ ਵਿੱਚ ਇਹਨਾਂ ਨੂੰ ਪਰਮਿਸ਼ਨ ਮਿਲੀ, ਇੰਨਾ ਪੈਸਾ ਕਮਾਇਆ ਕਿਉਂਕਿ ਟੈਕਸ ਘੱਟ ਦੇਣਾ ਪੈਂਦਾ ਸੀ। ਉੱਕਾ ਫੁੱਕਾ ਇੱਕੋ ਵਾਰ ਜਮ੍ਹਾਂ ਕਰਾਓ ਅਤੇ ਨਿਬੇੜੋ ਕੰਮ। ਅਸਲ 'ਚ ਇੰਨਾ ਕੁ ਜ਼ਿਆਦਾ ਫਾਇਦੇ 'ਚ ਗਏ ਅੰਗਰੇਜ਼ ਕਿ ਇਹਨਾਂ ਨੇ ਕਰਨਾਟਿਕ ਯੁੱਧਾਂ ਦਾ ਸਾਰਾ ਖਰਚਾ ਇੱਥੋਂ ਹੀ ਕੱਢਿਆ ਸੀ। ਸੋ 1763 ਤੱਕ ਅੰਗਰੇਜ਼ਾਂ ਨੇ ਦੱਖਣੀ ਭਾਰਤ 'ਚ ਕਰਨਾਟਕ ਦੇ ਇਲਾਕੇ 'ਚ ਫਰਾਂਸੀਆਂ ਨੂੰ ਭਜਾਤਾ ਅਤੇ ਭਾਰਤ ਦੇ ਜਿਹੜੇ ਉੱਥੋਂ ਦੇ ਲੋਕਲ ਰਾਜੇ ਸੀ ਉਹ ਵੀ ਕੰਟਰੋਲ ਕਰ ਲਏ। 1760 ਦੇ ਜਦੋਂ ਅੰਗਰੇਜ਼ ਦੱਖਣੀ ਭਾਰਤ ਦੇ ਵਿੱਚ ਭਾਰਤੀ ਰਾਜਿਆਂ ਨੂੰ ਹਰਾ ਰਹੇ ਸੀ, ਉਹਨਾਂ ਵੇਲਿਆਂ 'ਚ ਹੀ ਅੰਗਰੇਜ਼ਾਂ ਦਾ ਇੱਕ ਅਫਸਰ ਬੰਗਾਲ 'ਤੇ ਕਾਬਜ਼ ਹੋ ਰਿਹਾ ਸੀ। ਅੰਗਰੇਜ਼ਾਂ ਨੇ ਬੰਗਾਲ ਵਾਲੇ ਪਾਸਿਓਂ ਆਪਣੀਆਂ ਲੜਾਈਆਂ ਸ਼ੁਰੂ ਕੀਤੀਆਂ। 1756 ਤੋਂ ਅੰਗਰੇਜ਼ਾਂ ਦੀ ਪਲਾਸੀ ਦੀ ਲੜਾਈ ਸ਼ੁਰੂ ਹੁੰਦੀ ਆ। ਪਲਾਸੀ, ਬਦਾਰਾ, ਬਕਸਰ ਦੀ ਲੜਾਈ। ਉਹਨਾਂ ਸਮਿਆਂ ਦੇ ਦੌਰਾਨ ਹੀ ਕਰਨਾਟਕ ਦੀਆਂ ਜੰਗਾਂ ਵੀ ਲੜ ਰਹੇ ਅੰਗਰੇਜ਼, ਦੋਹਰੇ ਪਾਸੇ ਜੰਗਾਂ ਲੜ ਰਹੇ ਆ। ਕਰਨਾਟਕ ਦੀਆਂ ਜੰਗਾਂ ਦੀ ਕਹਾਣੀ ਸੁਣਾਤੀ। ਹੁਣ ਮੈਂ ਅੰਗਰੇਜ਼ਾਂ ਦੀਆਂ ਕਰਨਾਟਕ ਨੂੰ ਛੱਡ ਕੇ ਬਾਕੀ ਜੰਗਾਂ ਦੀ ਸਟੋਰੀ ਜਿਹੜੀ ਆ ਉਹ ਅਗਲੇ ਲੈਕਚਰ 'ਚ ਸ਼ੁਰੂ ਕਰੂੰਗਾ। ਸੋ ਇਹ ਆਪਣਾ ਜਿਹੜਾ ਅਗਲਾ ਲੈਕਚਰ ਹੋਊਗਾ ਅੰਗਰੇਜ਼ਾਂ ਦੁਆਰਾ ਲੜੀਆਂ ਗਈਆਂ ਜੰਗਾਂ। ਸੋ ਇਹ ਇੱਕ ਅਜਿਹਾ ਕੰਟੈਂਟ ਆ ਜਿਹਨੂੰ ਕਿ ਮੈਂ ਤੁਹਾਡੇ ਵਾਸਤੇ ਸਪੈਸ਼ਲੀ ਲੈ ਕੇ ਆ ਰਿਹਾ ਅਤੇ ਮੇਰੀ ਕੋਸ਼ਿਸ਼ ਇਹ ਆ ਕਿ ਆਪਾਂ ਬੜਾ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਕਵਰ ਕਰੀਏ। ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰ ਜਿਹੜਾ ਆ ਚੰਗਾ ਲੱਗਿਆ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ। ਧੰਨਵਾਦ।